क्यों 3 साल के मासूम बच्चे के उत्ते रहम तक नहीं आया पिता होने के बावजूद इसने ये कदम किवें चुक लिया? तो की जो इन्वेस्टिगेशन तुसीं कर रहे सी कि ये आप का की कहना सी? उन्हें जो सानू इन्वेस्टिगेशन दौरान दस्सिया भी इन्हें ये अटैम्प्ट करने की 2 दिन पहला भी कोशिश की। उन्हें बनाया सीगा भी मैं कुछ दिन पहला भी इनू जिहड़ा इस वारदात नूं अंजाम देना, पर उस दिन मत्था टेकन लई उसकी घर दी उसदे नाल चली गई तो उस दिन ਉਹਦੇ ਵੱਲੋਂ ਇਹ वारदात नूं अंजाम नहीं दिता गया। ਦੇ ਕੁਝ ਜੀ ਇਹ ਵੀ ਕਹਿ ਰਹੇ ਸੀ, ਕਹਿੰਦੇ ਕਿ ਇਸ ਤੋਂ ਇਹ ਕਦਮ ਚੁੱਕਣ ਤੋਂ ਪਹਿਲਾਂ ਵੀ ਇਸਨੇ ਘਰ ਦੇ ਵਿੱਚ ਵੀ ਬੱਚੇ ਦੇ 2 ਥੱਪੜ ਮਾਰੇ ਸੀ, ਤਾਂ ਕਹਿੰਦੇ ਕਦੀ ਹੱਥ ਵੈਸੇ ਤਾਂ ਚੁੱਕਦਾ ਨਹੀਂ ਸੀਗਾ, ਪਰ ਇਹ ਕੁਝ ਦਿਨਾਂ ਤੋਂ ਹੀ ਇਹ ਚੀਜ਼ਾਂ ਚੱਲ ਰਹੀਆਂ ਸੀ, ਇਹਦੇ ਮਨ ਦੇ ਵਿੱਚ ਇੱਕ ਐਗਰੈਸ਼ਨ ਜਿਹਾ ਇਹ ਚੱਲਦਾ ਹੋਇਆ ਨਾ, ਕੀ ਪਤਾ ਉਹ ਅਜੇ ਡਰਦਾ ਮਾਰਾ ਨਾ ਬੋਲ ਰਿਹਾ ਹੋਵੇ, ਕੋਈ ਫੈਮਿਲੀ ਡਿਸਪਿਊਟ ਆਪਸ ਦੇ ਵਿੱਚ ਹਸਬੈਂਡ ਵਾਈਫ ਦਾ ਨਾ ਹੋਵੇ, ਕੋਈ ਇਹੋ ਜਿਹੇ ਚੀਜ਼ਾਂ ਨਾ ਹੋਣ, ਤਾਂ ਕੀ ਇਹ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਵੀ ਕੁਝ ਬੈਕਗਰਾਊਂਡ ਦੇ ਵਿੱਚ ਇਹ ਐਡ ਆਨ ਹੋ लगता है कि इनू कोई डिप्रैशन की बीमारी है या किसी भी तरीके से कोई ये चीज़ के नाल जूझ नहीं? असी इसनूं जिहड़ा वा जो साइकैट्रिस्ट है उस नाल भी असी कंसल्ट किया गया, उस वालों भी काउंसलिंग कराई गई, उसकी भी रिपोर्ट असी लई है भी मैंटली तौर पर जिस तरह ये प्रजेंट करता उन्ना डिस्टर्ब नहीं सीगा। तुहानूं कदों लगता है कि ये शक के घेरे दे विच पिता आ रहा है और की उहदी बॉडी लैंगुएज की उदों बदलनी शुरू हो चुकी सी जदों तुहाडे वल्लों सवाल जवाब ज़्यादा शुरू हो? घरों जी तैयारी करके आया, उस तो पहला ये घरों अपना दुध लैन गया सीगा, दुध लैन तो बाद इन्हें अपनी वाइफ को कहा भी मैं मत्था टेकन लैन जाना मैं, जो अक्सर जाता सीगा। उत्थों इन्हें रस्सी बकायदा अपने नाल लई घरों अपने पैन की रस्सी, उस तो नाल लिजा के इन्हें उत्थे उन्होंने स्टैंगुलेट किया, छोटे बच्चे को स्टैंगुलेट करने तो बाद उहदी जिहड़ी आ लाश उत्थे जिहड़ी सूआ जिहड़ा वगदा सीगा उस दे विच इन्हें सुट्टण तो बाद इनू ये लगा भी जे ये चीज़ इस तरह ही रही तो मैं उस चीज़ से फड़िया जाएगा, फिर उस चीज़ उस डर के पक्षों इन्हें एक कहानी वक्री क्रिएट करने की कोशिश की भी मेरे को जी है खो हो गई बच्चे मार के ये डेड बॉडी नाल अपने 3-4 किलोमीटर अगे गया है। मार के नहीं, मार जिथे मारिया उन्होंने डिस्पोज ऑफ कर दिता गया सूए का। 13 अगस्त ਨੂੰ ਇੱਕ ਖਬਰ ਆਉਂਦੀ ਹੈ ਕਿ ਤਰਨਤਾਰਨ ਦੇ ਪਿੰਡ ਦੇ ਵਿੱਚੋਂ ਇੱਕ 3 ਸਾਲਾ ਬੱਚੇ ਨੂੰ ਉਸਦੇ ਬਾਪ ਦੇ ਕੋਲੋਂ ਹੀ 3 ਲੋਕ ਅਗਵਾ ਕਰਕੇ ਫਰਾਰ ਹੋ ਗਏ। ਜਿਵੇਂ ਹੀ ਖਬਰ ਪੁਲਿਸ ਨੂੰ ਮਿਲਦੀ ਹੈ, ਪੁਲਿਸ ਛਾਣਬੀਣ ਦੇ ਉੱਤੇ ਲੱਗ ਜਾਂਦੀ ਹੈ, ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਬੱਚੇ ਦੀ ਤਸਵੀਰ ਵਾਇਰਲ ਕੀਤੀ ਜਾਂਦੀ ਹੈ ਤਾਂ ਜੋ ਕੋਈ ਨਾ ਕੋਈ ਸੁਰਾਗ ਜੋ ਹੈ ਬੱਚੇ ਦਾ ਪ੍ਰਾਪਤ ਹੋ ਸਕੇ। ਪਰ 2 ਦਿਨਾਂ ਬਾਅਦ ਜੋ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਉਸਨੇ ਪੰਜਾਬ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੀ ਰੂਹ ਕੰਬਾ ਦਿੱਤੀ ਕਿ ਇੱਕ ਪਿਤਾ ਆਪਣੇ ਬੱਚੇ ਦਾ ਕਤਲ ਕਿਸ ਤਰੀਕੇ ਦੇ ਨਾਲ ਕਰ ਸਕਦਾ ਹੈ। ਇਸ ਪੂਰੀ ਘਟਨਾ ਤੋਂ ਬਾਅਦ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਨੇ ਕਿ ਵਾਕਈ ਹੀ ਪਿਤਾ ਦੇ ਵੱਲੋਂ ਕਤਲ ਕੀਤਾ ਗਿਆ ਹੈ ਔਰ ਕਾਰਨ ਕੀ ਹੈ, ਕਿਉਂਕਿ ਜੋ ਕਾਰਨ ਨਿਕਲ ਕੇ ਸਾਹਮਣੇ ਆ ਰਹੇ ਨੇ ਬਹੁਤੇ ਲੋਕ ਇਹ ਕਹਿ ਰਹੇ ਨੇ ਕਿ ਇਸ ਦੇ ਉੱਤੇ ਯਕੀਨ ਨਹੀਂ ਹੁੰਦਾ। ਤਾਂ ਇਸ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਤਰਨਤਾਰਨ ਪੁਲਿਸ ਦੇ SPD ਵਿਸ਼ਾਲਜੀਤ ਸਿੰਘ ਹੁਣੀ ਮੌਜੂਦ ਨੇ, ਜਿਹੜੇ ਕਿ ਪਹਿਲੇ ਦਿਨ ਤੋਂ ਇਸ ਕੇਸ ਦੇ ਉੱਤੇ ਨਜ਼ਰ ਬਣਾ ਕੇ ਰੱਖੇ ਹੋਏ ਸੀ ਔਰ ਕੀ ਇਸ ਕੇਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਹੈ, ਕੀ ਕਾਰਨ ਰਹੇ ਉਸ ਬੱਚੇ ਦਾ ਕਤਲ ਕੀਤਾ ਗਿਆ। ਗੱਲਬਾਤ ਕਰਦੇ ਹਾਂ ਤਰਨਤਾਰਨ ਦੇ SPD ਵਿਸ਼ਾਲਜੀਤ ਸਿੰਘ ਉਹਨਾਂ ਦੇ ਨਾਲ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ, ਜਿਸ ਤਰੀਕੇ ਦੇ ਨਾਲ ਇਹ ਖਬਰ ਸਾਹਮਣੇ ਆਉਂਦੀ ਹੈ, ਹਾਲਾਂਕਿ ਸਾਡੇ ਕੋਲ ਵੀ ਜਦੋਂ ਖਬਰ ਪਹੁੰਚੀ ਆਪਣੇ ਸਭ ਦੇ ਬੱਚੇ ਨੇ ਇੱਕ ਵਾਰ ਰੂਹ ਕੰਬ ਜਾਂਦੀ ਹੈ ਸੋਚ ਕੇ ਕੀ ਹੋਇਆ। ਕੀ ਪਹਿਲਾਂ ਤਾਂ 3 ਸਾਲ ਦੇ ਬੱਚੇ ਨੂੰ ਉਸਦੇ ਪਿਤਾ ਦੇ ਵੱਲੋਂ ਹੀ ਕੌਣ ਅਗਵਾ ਕਰਕੇ ਲੈ ਗਿਆ, ਕਿਵੇਂ ਇਹ ਪੂਰੀ ਕੇਸ ਦੀ ਛਾਣਬੀਣ ਸ਼ੁਰੂ ਹੁੰਦੀ ਹੈ ਜਦੋਂ ਤੁਹਾਡੇ ਕੋਲੇ ਪਹਿਲਾ ਮੈਟਰ ਆਉਂਦਾ? ਇਹ 13 ਅਗਸਤ ਦੀ ਗੱਲ ਹੈ ਜਦੋਂ ਇਸ ਦਾ ਪਿਤਾ, ਜਿਸ ਦਾ ਨਾਮ ਅੰਗਰੇਜ਼ ਸਿੰਘ ਹੈ, ਇਸ ਦੇ ਵੱਲੋਂ ਇੱਕ ਇਤਲਾਹ ਦਿੱਤੀ ਜਾਂਦੀ ਹੈ ਵੀ ਮੇਰੇ ਬੱਚੇ ਨੂੰ ਕਰੀਬ ਕੋਈ 6-7 ਵਜੇ ਦਾ ਟਾਈਮ ਦੱਸਦਾ ਹੈ ਵੀ ਮੇਰੇ ਬੱਚੇ ਨੂੰ 3 ਲੋਕ ਜਿਹੜੇ ਵਾਈਟ ਗੱਡੀ 'ਤੇ ਆਏ ਸੀਗੇ, ਉਹ ਮੇਰੇ ਕੋਲੋਂ ਮੇਰਾ ਬੱਚਾ, ਮੇਰਾ ਮੋਬਾਈਲ ਅਤੇ ਮੇਰੇ ਪੈਸੇ ਖੋਹ ਕੇ ਲੈ ਗਏ। ਇਮੀਡੀਏਟਲੀ ਜਦੋਂ ਸੂਚਨਾ ਸਾਡੇ ਕੰਟਰੋਲ ਰੂਮ ਦੇ ਥਰੂ ਜਾਂ ਸਾਡੇ ਥਾਣੇ ਦੇ ਥਰੂ ਸਾਰਿਆਂ ਨੂੰ ਫਲੈਸ਼ ਹੁੰਦੀ ਹੈ, ਸਾਰੀ ਜਿਹੜੀਆਂ ਨਾਕਾ ਪਾਰਟੀਜ਼ ਨੇ, ਸਾਰੀ ਪੁਲਿਸ ਜਿਹੜੀ ਐਕਸ਼ਨ 'ਚ ਆਉਂਦੀ ਹੈ, ਸਾਰੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚਦੇ ਨੇ, SSP ਸਾਹਿਬਾਨ ਵੀ ਮੌਕੇ 'ਤੇ ਪਹੁੰਚਦੇ ਨੇ। ਉਸ ਤੋਂ ਬਾਅਦ ਜਿਹੜਾ ਉਸ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕਰਕੇ ਸਾਡੇ ਵੱਲੋਂ ਅਗਲੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਜਾਂਦੀ ਹੈ। ਜਿਸ ਦਿਨ ਪਹਿਲੇ ਦਿਨ ਉਸ ਦੇ ਵੱਲੋਂ ਜੋ ਵਾਕਿਆ ਬਿਆਨ ਕੀਤਾ ਜਾਂਦਾ ਉਸ ਨੂੰ ਤਹਿਰੀਰ ਕਰਕੇ ਉਸ ਦੇ ਉੱਤੇ ਮੁਕੱਦਮਾ ਨੰਬਰ 336 ਥਾਣਾ ਗੋਇੰਦਵਾਲ ਸਾਹਿਬ ਦੇ ਵਿੱਚ ਰਜਿਸਟਰ ਕਰ ਦਿੱਤਾ ਜਾਂਦਾ। ਉਸ ਦੇ ਵਿੱਚ ਜਿਹੜੀ ਉਹਨੇ ਕਹਾਣੀ ਦੱਸੀ ਸੀਗੀ ਵੀ ਉਸ ਦੇ ਵਿੱਚ ਇਹਨਾਂ ਸਾਡੇ ਉੱਥੇ ਇੱਕ ਸੜਕ ਜਾਂਦੀ ਹੈ ਫਤਿਆਬਾਦ ਤੋਂ ਲੈ ਕੇ ਤੇ ਖਾਰੇ ਨੂੰ, ਜਿਹੜੀ ਹਰੀਕੇ ਜਿਹੜੀ ਤਰਨਤਾਰਨ ਹਰੀਕੇ ਹਾਈਵੇ ਹੈ ਉਸ ਨੂੰ ਟੱਚ ਕਰਦੀ ਹੈ।
ਇਹਨੇ ਜਿਸ ਦਿਨ ਪਹਿਲੇ ਦਿਨ ਵਾਕਿਆ ਇਹਨੇ ਦੱਸਿਆ ਕਿ ਮੈਂ ਆਪਣੇ ਪਿੰਡ ਰੈਸ਼ਿਆਣੇ ਤੋਂ ਆਪਣੇ ਬੱਚੇ ਛੋਟਾ ਜਿਹੜਾ 3 ਸਾਲ ਦਾ ਗੁਰਸੇਵਕ ਸਿੰਘ ਆ ਉਸ ਦੇ ਨਾਲ ਆਪਣੇ ਪਿੰਡ ਤੋਂ ਮੈਂ ਮੱਥਾ ਟੇਕਣ ਦੇ ਲਈ ਚੋਲਾ ਸਾਹਿਬ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਜਦੋਂ ਮੈਂ ਡੇਰਾ ਸਾਹਿਬ ਤੋਂ ਕ੍ਰਾਸ ਹੋਇਆ ਤੇ ਉੱਥੇ ਮੈਨੂੰ ਇਹਨਾਂ ਨੇ ਗੱਡੀ ਅੱਗੇ ਲਗਾ ਕੇ ਤੇ ਮੇਰੇ ਕੋਲੋਂ ਮੇਰਾ ਮੋਬਾਈਲ ਮੇਰਾ ਫੋਨ ਤੇ ਜਾਂਦੇ ਵੇਲੇ ਮੇਰੇ ਬੱਚੇ ਨੂੰ ਸਨੈਚ ਕਰਕੇ ਉੱਥੋਂ ਲੈ ਗਏ। ਇਮੀਡੀਏਟਲੀ ਮੁਕੱਦਮਾ ਦਰਜ ਕਰਕੇ ਸਾਰੀਆਂ ਟੀਮਾਂ ਸਾਰਾ ਕੰਟਰੋਲ ਰੂਮ ਨੂੰ ਅਲਰਟ ਕੀਤਾ ਗਿਆ। ਉਸ ਤੋਂ ਬਾਅਦ ਜਿਹੜਾ ਵਾ ਮੁਲਾਜ਼ਮ ਮੌਕਾ ਕੀਤਾ ਗਿਆ। ਜਦੋਂ ਉਸ ਤੋਂ ਬਾਅਦ ਸਾਡੀਆਂ ਟੀਮਾਂ ਜਦੋਂ ਇਸ ਚੀਜ਼ 'ਚ ਰਵਾਨਾ ਹੋਈਆਂ ਉਸ ਤੋਂ ਬਾਅਦ ਇਹਦੀ ਡੀਪਲੀ ਜਿਹੜੀ ਪੜਤਾਲ ਕਰਨੀ ਸ਼ੁਰੂ ਕੀਤੀ ਗਈ। ਜਦੋਂ ਅਗਲੇ ਦਿਨ ਇਸੇ ਚੀਜ਼ ਨੂੰ ਫੋਲੋ ਅਪ ਕੀਤਾ ਗਿਆ ਤੇ ਉਸ ਦੇ ਵੱਲੋਂ ਇਸ ਚੀਜ਼ ਨੂੰ ਜਿਹੜਾ ਵਾ ਵਕੂਆ ਜਿਹੜਾ ਜਾਂ ਜਿੱਥੇ ਉਹਨੇ ਦੱਸਿਆ ਸੀਗਾ ਵੀ ਇਹ ਗੱਲ ਹੋਈ ਆ ਉਹ ਉਸ ਤੋਂ 3-4 ਕਿਲੋਮੀਟਰ ਪਿੱਛੇ ਇੱਕ ਤਰਨਤਾਰਨ ਤੋਂ ਟੋਟੀਆਂ ਰੋਡ ਜਾਂਦੀ ਆ ਉਸ ਦੇ ਉੱਤੇ ਉਹਨੇ ਕਿਹਾ ਵੀ ਇਹ ਜਿਹੜਾ ਐਕਚੁਅਲ ਇੰਸੀਡੈਂਟ ਆ ਇੱਥੇ ਹੋਇਆ ਹੈ। ਉਸ ਚੀਜ਼ ਨੇ ਜਿਹੜੀ ਇੱਕ ਸ਼ੱਕ ਦੀ ਜਿਹੜੀ ਸੂਈ ਆ ਉਸ ਦੇ ਉੱਤੇ ਸਵਾਲ ਆ ਜਿਹੜਾ ਖੜਾ ਕਰ ਦਿੱਤਾ ਗਿਆ। ਫਿਰ ਉਸ ਤੋਂ ਡਿਟੇਲਡ ਜਿਹੜੀ ਆ ਸਾਰਿਆਂ ਵੱਲੋਂ ਪੁਲਿਸ ਵੱਲੋਂ ਪੁੱਛੀ ਗਈ ਵੀ ਇਹ ਵਾਕਿਆ ਕਿਸ ਤਰ੍ਹਾਂ ਹੋਇਆ, ਕਿੱਥੋਂ ਕਾਰ ਆਈ, ਤੁਸੀਂ ਕਿੱਥੋਂ ਆਏ। ਫਿਰ ਸਾਡੀਆਂ ਟੀਮਾਂ ਨੇ CCTV ਜਿਹੜਾ ਵਾ ਉਸ ਚੀਜ਼ ਨੂੰ ਖੰਗਾਲਣਾ ਸ਼ੁਰੂ ਕੀਤਾ। ਉਹ ਖੰਗਾਲਣ ਤੋਂ ਬਾਅਦ ਜਦੋਂ ਇਸ ਨੂੰ ਸਾਹਮਣੇ ਬਿਠਾਇਆ ਵੀ ਤੁਸੀਂ ਸ਼ਨਾਖਤ ਕਰੋ ਆਪਣੀ, ਤੁਹਾਡਾ ਮੋਟਰਸਾਈਕਲ ਕਿਹੜਾ ਹੈ ਜਾਂ ਕੀ ਹੈ। ਜਦੋਂ ਅਸੀਂ ਸਾਰੀ ਚੀਜ਼ ਦੀ ਪੜਤਾਲ ਕੀਤੀ, ਉਹਦੀ ਪੁੱਛਗਿੱਛ ਕੀਤੀ ਤੇ ਇਹ ਬਹੁਤ ਹੀ ਡਿਸਕ੍ਰਿਪੈਂਸੀਜ਼ ਉਹਦੇ ਦੱਸਣ ਦੇ ਵਿੱਚ ਤੇ ਜਿਹੜਾ ਵਾਕਿਆ ਹੋਇਆ ਉਹਦੇ ਵਿੱਚ ਆਈਆਂ। ਜਦੋਂ ਇਸ ਨੂੰ ਅਸੀਂ ਡੀਪਲੀ ਇਨਵੈਸਟੀਗੇਟ ਕੀਤਾ ਤੇ ਇਹ ਚੀਜ਼ ਸਾਹਮਣੇ ਆਈ ਵੀ ਇਹ ਜਿਹੜਾ ਸਾਰਾ ਚੀਜ਼ ਜਿਹੜਾ ਘਟਨਾਕ੍ਰਮ ਸੀਗਾ ਉਸ ਦੇ ਵੱਲੋਂ ਆਪ ਕ੍ਰੀਏਟ ਕੀਤਾ ਗਿਆ ਸੀਗਾ। ਫਿਰ ਉਸ ਨੂੰ ਇਸ ਮੁਕੱਦਮੇ ਵਿੱਚ ਪੁੱਛਗਿੱਛ ਕਰਕੇ ਤੇ ਇਸੇ ਮੁਕੱਦਮੇ ਵਿੱਚ ਉਹਦੀ ਅਰੈਸਟ ਪਾਈ। ਤੁਹਾਡਾ ਤਾਂ ਐਕਸਪੀਰੀਅੰਸ ਇੰਨਾ ਜ਼ਿਆਦਾ ਹੁੰਦਾ ਔਰ ਆਪਾਂ ਵੈਸੇ ਹੀ ਇੱਕ ਅੰਦਾਜ਼ਾ ਲਗਾ ਦਿੰਦੇ ਹੁੰਦੇ ਆ, ਕਿਉਂਕਿ ਜਦੋਂ ਮੈਂ ਵੀ ਗੱਲਬਾਤ ਕਰ ਰਿਹਾ ਸੀ SSP ਸਾਹਿਬ ਨਾਲ, ਮੈਂ ਕਿਹਾ ਕਿ ਪਿਤਾ ਦੇ ਉੱਤੇ ਤੁਸੀਂ ਕੁਝ ਸਵਾਲ ਕੀਤੇ, ਉਹ ਕਹਿੰਦੇ ਕਿ ਅਸੀਂ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਰੋਣ ਲੱਗ ਜਾਂਦਾ ਹੈ। ਤੁਹਾਨੂੰ ਕਦੋਂ ਲੱਗਦਾ ਹੈ ਕਿ ਇਹ ਸ਼ੱਕ ਦੇ ਘੇਰੇ ਦੇ ਵਿੱਚ ਪਿਤਾ ਆ ਰਿਹਾ ਹੈ ਔਰ ਕੀ ਉਹਦੀ ਬਾਡੀ ਲੈਂਗੁਏਜ ਕੀ ਉਦੋਂ ਬਦਲਣੀ ਸ਼ੁਰੂ ਹੋ ਚੁੱਕੀ ਸੀ ਜਦੋਂ ਤੁਹਾਡੇ ਵੱਲੋਂ ਸਵਾਲ ਜਵਾਬ ਜ਼ਿਆਦਾ ਸ਼ੁਰੂ ਹੋਏ? ਜਦੋਂ ਇੱਕੋ ਪਹਿਲੀ ਗੱਲ ਤਾਂ ਜਿਸ ਬੰਦੇ ਨਾਲ ਵਾਕਿਆ ਹੁੰਦਾ ਹੈ ਉਸ ਨੂੰ ਜੇ ਮੰਨ ਲਓ ਸਿੱਧੀ ਸੜਕ ਆ ਜਾਂ ਸਿੰਪਲ ਇੱਕ ਰੋਡ ਜਾ ਰਹੀ ਹੈ ਉਸ ਦੇ ਵਿੱਚ ਉਹਨੂੰ ਕਨਫਿਊਜ਼ਨ ਪੈ ਸਕਦੀ ਹੈ ਵੀ ਇਹ ਥੋੜ੍ਹਾ ਜਿਹਾ ਜਿਹੜਾ ਮੇਰਾ ਆ ਇੱਥੋਂ 100 ਮੀਟਰ ਅੱਗੇ ਹੋਇਆ ਪਿੱਛੇ ਹੋਇਆ ਹਨੇਰੇ ਦੇ ਵਿੱਚ ਉਹਨੂੰ ਨਹੀਂ ਪਤਾ ਲੱਗਾ। ਪਰ 4-5 ਕਿਲੋਮੀਟਰ ਦਾ ਫਰਕ ਤੇ ਜਿਹੜੀ ਉਹਦੀ ਸਰਾਊਂਡਿੰਗਸ ਨੇ ਦੋਵਾਂ ਸੜਕਾਂ ਦੀਆਂ ਜਿੱਥੇ ਉਹਨੇ ਆਪਣਾ ਵਕੂਆ ਕ੍ਰੀਏਟ ਕੀਤਾ ਦੋਵਾਂ ਸਰਾਊਂਡਿੰਗਸ ਦਾ ਜ਼ਮੀਨ ਅਸਮਾਨ ਦਾ ਫਰਕ ਸੀਗਾ। ਉਸ ਚੀਜ਼ ਤੋਂ ਸਾਨੂੰ ਥੋੜ੍ਹਾ ਜਿਹਾ ਸਸਪੀਸ਼ਨ ਕ੍ਰੀਏਟ ਹੋਈ ਵੀ ਇਹਨੇ ਆਪਣੀ ਜਿਹੜਾ ਵਾਕਿਆ ਵਾ ਉਹ ਕਿਉਂ ਇਸ ਨੂੰ ਚੇਂਜ ਕੀਤਾ ਗਿਆ। ਉਸ ਦੇ ਵਿੱਚ ਵੀ ਚੇਂਜ ਕਰਨ ਜਦੋਂ ਇਹਨੂੰ ਡੀਪਲੀ ਇਨਵੈਸਟੀਗੇਟ ਕੀਤਾ ਉਸ ਦੇ ਵਿੱਚ ਚੇਂਜ ਕਰਨ ਵਾਲਾ ਕਾਰਨ ਵੀ ਸਾਹਮਣੇ ਆਇਆ। ਉਸ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਦੋਂ ਇਹਦੀ ਅਰੈਸਟ ਪਾਈ ਗਈ ਉਸ ਤੋਂ ਬਾਅਦ ਜਦੋਂ ਜਿਹੜੀ ਚੀਜ਼ ਸਾਹਮਣੇ ਆਈ ਉਸ ਦੇ ਵਿੱਚ ਇਹਨੇ ਆਪਣੇ ਬੱਚੇ ਦਾ ਜਿਹੜਾ ਵਾ ਕਤਲ ਕਰਕੇ ਇਹਨੂੰ ਸਟੈਂਗੂਲੇਟ ਕੀਤਾ ਗਿਆ। ਸਟੈਂਗੂਲੇਟ ਕਰਨ ਤੋਂ ਬਾਅਦ ਇਹਨੇ ਇੱਕ ਰੱਸੀ ਘਰੋਂ ਆਪਣੇ ਲਿਆਂਦੀ, ਉਸ ਰੱਸੀ ਦੇ ਨਾਲ ਆਪਣੇ ਬੱਚੇ ਦਾ ਜਿਹੜਾ ਵਾ ਗਲਾ ਘੁੱਟਿਆ। ਵਜ੍ਹਾ ਇਹਦੇ ਵਿੱਚ ਇਹ ਸਾਹਮਣੇ ਆਈ ਵੀ ਇਹਨੇ ਜਿਹੜਾ ਘਰੋਂ ਆਪਣਾ ਸਰੀਰਕ ਤੌਰ ਦੇ ਉੱਤੇ ਅਤੇ ਘਰੇਲੂ ਕਾਰਨਾਂ ਕਰਕੇ ਥੋੜ੍ਹਾ ਜਿਹਾ ਪਰੇਸ਼ਾਨ ਸੀਗਾ। ਉਸ ਪਰੇਸ਼ਾਨੀ ਦੇ ਤਹਿਤ ਇਹਨੇ ਜਿਹੜਾ ਵਾ ਇਸ ਘਟਨਾ ਨੂੰ ਅੰਜਾਮ ਦੇਣ ਬਾਰੇ ਸੋਚਿਆ। ਉਸ ਦੇ ਵਿੱਚ ਇਹਨੇ ਘਰੋਂ ਜਿਹੜੀ ਆ ਤਿਆਰੀ ਕਰਕੇ ਆਇਆ। ਉਸ ਤੋਂ ਪਹਿਲਾਂ ਇਹ ਘਰੋਂ ਆਪਣਾ ਦੁੱਧ ਲੈਣ ਗਿਆ ਸੀਗਾ। ਦੁੱਧ ਲੈਣ ਤੋਂ ਬਾਅਦ ਇਹਨੇ ਆਪਣੀ ਵਾਈਫ ਨੂੰ ਕਿਹਾ ਵੀ ਮੈਂ ਮੱਥਾ ਟੇਕਣ ਲੈਣ ਜਾਣਾ ਵਾ, ਜੋ ਅਕਸਰ ਜਾਂਦਾ ਸੀਗਾ। ਉੱਥੋਂ ਇਹਨੇ ਰੱਸੀ ਬਕਾਇਦਾ ਆਪਣੇ ਨਾਲ ਲਈ ਘਰੋਂ ਆਪਣੇ ਪੈਨ ਦੀ ਰੱਸੀ, ਉਸ ਤੋਂ ਨਾਲ ਲਿਜਾ ਕੇ ਇਹਨੇ ਉੱਥੇ ਉਹਨੂੰ ਸਟੈਂਗੂਲੇਟ ਕੀਤਾ ਛੋਟੇ ਬੱਚੇ ਨੂੰ। ਸਟੈਂਗੂਲੇਟ ਕਰਨ ਤੋਂ ਬਾਅਦ ਉਹਦੀ ਜਿਹੜੀ ਆ ਲਾਸ਼ ਉੱਥੇ ਜਿਹੜੀ ਸੂਆ ਜਿਹੜਾ ਵਗਦਾ ਸੀਗਾ ਉਸ ਦੇ ਵਿੱਚ ਇਹਨੇ ਸੁੱਟ ਦਿੱਤੀ। ਸੁੱਟਣ ਤੋਂ ਬਾਅਦ ਇਹਨੂੰ ਇਹ ਲੱਗਾ ਵੀ ਜੇ ਇਹ ਚੀਜ਼ ਇਸ ਤਰ੍ਹਾਂ ਹੀ ਰਹੀ ਤੇ ਮੈਂ ਉਸ ਚੀਜ਼ 'ਚ ਫੜਿਆ ਜਾਵਾਂਗਾ। ਫਿਰ ਉਸ ਡਰ ਦੇ ਪੱਖੋਂ ਇਹਨੇ ਇੱਕ ਕਹਾਣੀ ਵੱਖਰੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਵੀ ਮੇਰੇ ਕੋਲ ਜਿਹੜੀ ਆ ਇਹ ਖੋਹ ਹੋ ਗਈ ਆ। ਉਸ ਖੋਹ ਨੂੰ ਇਹਨੇ ਬਣਾਉਣ ਖਾਤਰ ਉੱਤੋਂ ਜਿੱਥੇ ਇਹਨੇ ਸਟੈਂਗੂਲੇਟ ਕੀਤਾ ਉਸ ਇੰਸੀਡੈਂਟ ਤੋਂ ਇਹਨਾਂ 4-5 ਕਿਲੋਮੀਟਰ ਅੱਗੇ ਜਾ ਕੇ ਇਹਨੇ ਉਸ ਚੀਜ਼ ਦਾ ਕ੍ਰੀਏਟ ਕਰ ਦਿੱਤਾ। ਆਪਣੇ ਮੋਟਰਸਾਈਕਲ ਦਾ ਟਾਪਾ ਅਗਲਾ ਤੋੜ ਦਿੱਤਾ, ਜਿਹੜਾ ਉਹਦਾ ਫਰੰਟ ਵਾਈਜ਼ਰ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ ਉਸ ਚੀਜ਼ ਨੂੰ ਤੋੜ ਦਿੱਤਾ ਗਿਆ ਤੇ ਉੱਥੇ ਆਪਣਾ ਜਿਹੜਾ ਮੋਬਾਈਲ ਆ ਉਸ ਨੂੰ ਸੁੱਟ ਦਿੱਤਾ ਗਿਆ। ਤੇ ਆਪਣੀ ਜਿਹੜੀ ਆ ਨੈਕਟ ਕੀਤੀ ਸਟੋਰੀ ਵੀ ਮੈਂ ਇੱਥੇ ਮੈਨੂੰ ਉਹਨਾਂ ਨੇ ਜਿਹੜਾ ਵਾ ਖੋਹਣ ਦੀ ਕੋਸ਼ਿਸ਼ ਕੀਤੀ। ਮੇਰਾ ਮੋਟਰਸਾਈਕਲ ਦਾ ਜਿਹੜਾ ਅਗਲਾ ਵਾਈਜ਼ਰ ਵੀ ਟੁੱਟ ਗਿਆ ਤੇ ਮੇਰਾ ਫੋਨ ਵੀ ਜਿਹੜਾ ਸਨੈਚ ਕਰਕੇ ਬੱਚੇ ਨੂੰ ਮਾਰ ਕੇ ਇਹ ਡੈੱਡ ਬੋਡੀ ਨਾਲ ਆਪਣੇ 3-4 ਕਿਲੋਮੀਟਰ ਅੱਗੇ ਗਿਆ। ਨਹੀਂ ਮਾਰ ਕੇ ਨਹੀਂ, ਜਿੱਥੇ ਮਾਰਿਆ ਉਹਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ ਸੂਏ ਦੇ। ਉਸ ਸੂਏ ਤੋਂ ਫਿਰ ਇਹ ਅੱਗੇ ਗਿਆ, ਉਸ ਅੱਗੇ ਜਾ ਕੇ ਜਿੱਥੇ ਇਹਨੇ ਰਾਤ ਵੇਲੇ ਸਾਨੂੰ ਵਕੂਆ ਦੱਸਿਆ ਸੀ ਉੱਥੇ ਜਾ ਕੇ ਉਹਨੇ ਵਕੂਆ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਵੀ ਇੱਥੇ ਮੇਰੇ ਨਾਲ ਸਨੈਚਿੰਗ ਹੋਈ ਹੈ। ਪਰ ਜਿਹੜੀ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਜਿਹੜੀ ਇਹਨੂੰ ਅਗਲੇ ਦਿਨ ਸਾਨੂੰ ਜਿਹੜੀ ਘਟਨਾ ਦੱਸੀ ਉੱਥੇ ਉਸ ਚੀਜ਼ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ। ਫਿਰ ਇਹਦੀ ਨਿਸ਼ਾਨਦੇਹੀ ਦੇ ਉੱਤੇ ਅਸੀਂ ਜਿਹੜਾ ਵਾ ਇਹਦਾ ਜਿੱਥੇ ਇਹਨੇ ਫੋਨ ਸੁੱਟਿਆ ਸੀਗਾ ਉਸ ਫੋਨ ਨੂੰ ਅਸੀਂ ਰਿਕਵਰ ਕੀਤਾ। ਫੋਨ ਰਿਕਵਰ ਕਰਨ ਤੋਂ ਬਾਅਦ ਫਿਰ ਇਹਦੀ ਜਿੱਥੇ ਬੋਡੀ ਸੁੱਟੀ ਸੀ ਫਿਰ ਉਸ ਤੋਂ ਬਾਅਦ ਟੀਮਾਂ ਲਗਾਈਆਂ ਗਈਆਂ। ਜਿਹੜੀਆਂ ਟੀਮਾਂ ਲਗਾਉਣ ਤੋਂ ਬਾਅਦ ਇਹਦੀ ਨਿਸ਼ਾਨਦੇਹੀ ਦੇ ਉੱਤੇ ਜਿਹੜੀ ਆ ਉਹ ਬੋਡੀ ਵੀ ਬੱਚੇ ਦੀ ਰਿਕਵਰ ਹੋਈ। ਤੇ ਜਿਹੜੀ ਰੱਸੀ ਲੈ ਕੇ ਆਇਆ ਸੀਗਾ ਉਸ ਰੱਸੀ ਜਿਹੜੀ ਆ ਉਹ ਘਰੋਂ ਜਿੱਥੋਂ ਲੈ ਕੇ ਆਇਆ ਸੀ ਉਹ ਟੋਟਾ ਜਿਹੜਾ ਉਹਦੇ ਗਲ 'ਚ ਸੀਗਾ ਜਿੱਦਾਂ ਉਹਨੇ ਦੱਸਿਆ ਸੀਗਾ ਉਹੀ ਟੋਟਾ ਉਹਦੇ ਘਰ ਦੇ ਵਿੱਚੋਂ ਰਿਕਵਰ ਕੀਤਾ ਗਿਆ ਸਾਡੇ ਨਾਲ। ਪਰ ਇੰਨਾ ਖੌਫਨਾਕ ਕਦਮ ਇਹਨੇ
ਚੁੱਕਿਆ ਕਿਉਂ 3 ਸਾਲ ਦੇ ਮਾਸੂਮ ਬੱਚੇ ਦੇ ਉੱਤੇ ਇਹਨੂੰ ਰਹਿਮ ਤੱਕ ਨਹੀਂ ਆਇਆ ਪਿਤਾ ਹੋਣ ਦੇ ਬਾਵਜੂਦ ਇਸਨੇ ਇਹ ਕਦਮ ਕਿਵੇਂ ਚੁੱਕ ਲਿਆ? ਤਾਂ ਕੀ ਜਦੋਂ ਇਨਵੈਸਟੀਗੇਸ਼ਨ ਤੁਸੀਂ ਕਰ ਰਹੇ ਸੀ ਕਿ ਇਹਦੇ ਆਪ ਦਾ ਕੀ ਕਹਿਣਾ ਸੀ ਕਿ ਕਿਉਂ ਇੰਨਾ ਇਹ ਖੌਫਨਾਕ ਕਦਮ ਇਸ ਦੇ ਵੱਲੋਂ? ਇਹ ਕੁਛ ਜਦੋਂ ਇਸ ਨੂੰ ਅਸੀਂ ਇਸ ਦੀ ਵਜ੍ਹਾ ਬਾਰੇ ਪੁੱਛਣਾ ਸ਼ੁਰੂ ਕੀਤਾ, ਜਦੋਂ ਪਹਿਲਾਂ ਇਹ ਕਾਫੀ ਆਪਣੇ ਆਪ ਨੂੰ ਉਸ ਚੀਜ਼ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਸੀਗਾ ਵੀ ਜਦੋਂ ਅਸੀਂ ਇਹਨੂੰ ਪੁੱਛਗਿੱਛ ਕਰਦੇ ਸੀਗੇ ਇਹਨੇ ਰੋਣਾ ਸ਼ੁਰੂ ਕਰ ਦੇਣਾ ਜਾਂ ਉਹ ਕਰ ਦੇਣਾ। ਜਦੋਂ ਇਸ ਨੂੰ ਡੀਪਲੀ ਅਸੀਂ ਪੁੱਛਿਆ ਤਾਂ ਉਸ ਦੇ ਵਿੱਚ ਇਹਨੇ ਅੱਜ ਤੋਂ 2-3 ਦਿਨ ਪਹਿਲਾਂ ਵੀ ਪਲਾਨ ਬਣਾਇਆ ਸੀਗਾ ਵੀ ਇਸ ਬੱਚੇ ਨੂੰ ਮੈਂ ਇਹਨੂੰ ਜਿਹੜਾ ਵਾ ਇਹ ਕਾਰਾ ਜਿਹੜਾ ਵਾ ਨਾਪਾਕ ਕਾਰਾ ਇਹ ਕਰ ਦੇਣਾ ਹੈ। ਇਹ ਕੁਛ ਆਪਣੀ ਸਿਹਤ ਕਰਕੇ, ਕੁਛ ਇਹ ਡਿਪਰੈਸ ਸੀਗਾ, ਕੁਛ ਆਪਣੇ ਆਰਥਿਕ ਹਾਲਾਤਾਂ ਕਰਕੇ ਡਿਪਰੈਸ ਸੀਗਾ, ਜਿਸ ਕਾਰਨ ਕਰਕੇ ਇਸਨੇ ਇਹ ਜਿਹੜਾ ਵਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਫਾਈਨੈਂਸ਼ੀਅਲ ਸਥਿਤੀ ਜਿਹੜੀ ਇਹਦੀ ਘਰ ਦੀ ਸੀਗੀ, ਕਿਉਂਕਿ ਦੱਸਿਆ ਜਾ 2 ਕਿੱਲੇ ਜ਼ਮੀਨ ਇਹਦੇ ਕੋਲ, ਕਿੰਨੀ ਕਿੱਲੇ? 10 ਕਨਾਲ ਦੇ ਕਰੀਬ ਜ਼ਮੀਨ ਸੀ, ਉਹਦੇ ਵਿੱਚ ਵੀ ਕੁਛ ਇਹ ਵੇਚ ਚੁੱਕਾ ਸੀਗਾ ਤੇ ਉਸ ਚੀਜ਼ ਦਾ ਇਸ 'ਤੇ ਦਬਾਅ ਸੀਗਾ। ਕੁਛ ਹੈਲਥ ਪੱਖੋਂ ਵੀ ਕੋਈ ਠੀਕ ਨਹੀਂ ਸੀਗਾ, ਉਸ ਚੀਜ਼ ਦਾ ਵੀ ਦਬਾਅ ਸੀਗਾ। ਮਤਲਬ ਕਿ ਉਹਨਾਂ ਹਾਲਾਤਾਂ ਨੇ ਇੱਕ ਚੱਕਰ ਵੀ ਉਹਦੇ ਦਿਵਾਲੇ ਘੜ ਦਿੱਤਾ ਗਿਆ, ਜਿਸ ਕਾਰਨ ਇਸਨੇ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਰਿਵਾਰ ਦੇ ਕੁਝ ਜੀ ਇਹ ਵੀ ਕਹਿ ਰਹੇ ਸੀ, ਕਹਿੰਦੇ ਕਿ ਇਸ ਤੋਂ ਇਹ ਕਦਮ ਚੁੱਕਣ ਤੋਂ ਪਹਿਲਾਂ ਵੀ ਇਸਨੇ ਘਰ ਦੇ ਵਿੱਚ ਵੀ ਬੱਚੇ ਦੇ 2 ਥੱਪੜ ਮਾਰੇ ਸੀ, ਤਾਂ ਕਹਿੰਦੇ ਕਦੀ ਹੱਥ ਵੈਸੇ ਤਾਂ ਚੁੱਕਦਾ ਨਹੀਂ ਸੀਗਾ, ਪਰ ਇਹ ਕੁਝ ਦਿਨਾਂ ਤੋਂ ਹੀ ਇਹ ਚੀਜ਼ਾਂ ਚੱਲ ਰਹੀਆਂ ਸੀ, ਇਹਦੇ ਮਨ ਦੇ ਵਿੱਚ ਇੱਕ ਐਗਰੈਸ਼ਨ ਜਿਹਾ ਇਹ ਚੱਲਦਾ ਹੋਇਆ ਨਜ਼ਰ ਆ ਰਿਹਾ। ਉਹਨੇ ਜੋ ਸਾਨੂੰ ਇਨਵੈਸਟੀਗੇਸ਼ਨ ਦੌਰਾਨ ਦੱਸਿਆ ਵੀ ਇਹਨੇ ਇਹ ਅਟੈਂਪਟ ਕਰਨ ਦੀ 2 ਦਿਨ ਪਹਿਲਾਂ ਵੀ ਕੋਸ਼ਿਸ਼ ਕੀਤੀ। ਉਹਨੇ ਬਣਾਇਆ ਸੀਗਾ ਵੀ ਮੈਂ ਕੁਝ ਦਿਨ ਪਹਿਲਾਂ ਵੀ ਇਹਨੂੰ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦੇਣਾ, ਪਰ ਉਸ ਦਿਨ ਮੱਥਾ ਟੇਕਣ ਲਈ ਉਸਦੀ ਘਰ ਦੀ ਉਹਦੇ ਨਾਲ ਚਲੀ ਗਈ ਤੇ ਉਸ ਦਿਨ ਉਹਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਗਿਆ। ਫਿਰ ਉਸ ਦਿਨ ਇਹਨੇ ਦੁੱਧ ਲੈਣ ਦੇ ਬਹਾਨੇ ਜਦੋਂ ਘਰੋਂ ਗਿਆ, ਉਸ ਤੋਂ ਬਾਅਦ ਉਹਨੇ ਕਿਹਾ ਵੀ ਮੈਂ ਜਿਹੜਾ ਆਪਣਾ ਮੱਥਾ ਟੇਕਣ ਚੱਲਾਂ ਵਾਂ, ਤੇ ਫਿਰ ਉਸ ਦਿਨ ਇਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਇਲਾਵਾ ਕੋਈ ਹੋਰ ਫੈਕਟਰਸ ਤਾਂ ਨਹੀਂ ਹੈ? ਕਿਉਂਕਿ ਬਹੁਤ ਲੋਕ ਇਹ ਵੀ ਕਹਿੰਦੇ ਇਹ ਥਿਊਰੀ ਇੱਦਾਂ ਜਾਪਦੀ ਨਹੀਂ ਹੈ ਕਿ ਫਾਈਨੈਂਸ਼ੀਅਲ ਸਥਿਤੀ ਦੇ ਕਾਰਨ ਕੋਈ ਪਿਤਾ ਆਪਣੇ ਬੱਚੇ ਦੀ ਜਾਨ ਲੈ ਸਕਦਾ ਹੈ, ਕੋਈ ਹੋਰ ਪਿੱਛੇ ਦੇ ਕਾਰਨ ਨਾ ਹੋਣ। ਕੀ ਪਤਾ ਉਹ ਅਜੇ ਡਰਦਾ ਮਾਰਾ ਨਾ ਬੋਲ ਰਿਹਾ ਹੋਵੇ, ਕੋਈ ਫੈਮਿਲੀ ਡਿਸਪਿਊਟ ਆਪਸ ਦੇ ਵਿੱਚ ਹਸਬੈਂਡ ਵਾਈਫ ਦਾ ਨਾ ਹੋਵੇ, ਕੋਈ ਇਹੋ ਜਿਹੇ ਚੀਜ਼ਾਂ ਨਾ ਹੋਣ। ਤਾਂ ਕੀ ਇਹ ਤੁਹਾਨੂੰ ਲੱਗਦਾ ਕਿ ਇਹੋ ਜਿਹੀ ਚੀਜ਼ਾਂ ਵੀ ਕੁਝ ਬੈਕਗਰਾਊਂਡ ਦੇ ਵਿੱਚ ਇਹ ਐਡ ਆਨ ਹੋ ਸਕਦੀਆਂ? ਅਜੇ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਆ, ਜੋ ਅਸੀਂ ਉਸ ਦੀ ਪੁੱਛਗਿੱਛ ਕੀਤੀ ਹੈ, ਤਾਂ ਜਿਹੜੀ ਪਿਛਲੇ 3-4 ਦਿਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਜੋ ਤੱਥ ਸਾਹਮਣੇ ਆਏ ਨੇ ਉਹ ਨੇ। ਬਾਕੀ ਇਹ ਆਨਗੋਇੰਗ ਇਨਵੈਸਟੀਗੇਸ਼ਨ ਆ, ਜੇ ਇਹਦੇ ਵਿੱਚ ਹੋਰ ਵੀ ਕੋਈ ਤੱਥ ਸਾਹਮਣੇ ਆਉਣਗੇ ਤੇ ਉਸ ਮੁਤਾਬਕ ਜਿਹੜੀ ਤਫਤੀਸ਼ ਸਾਡੇ ਵੱਲੋਂ ਅਮਲ 'ਚ ਲਿਆਂਦੀ ਜਾਏਗੀ। ਸਟੇਬਲ ਹੈ ਇਨਸਾਨ ਕਿ ਤੁਹਾਨੂੰ ਲੱਗਦਾ ਹੈ ਕਿ ਇਹਨੂੰ ਕੋਈ ਡਿਪਰੈਸ਼ਨ ਦੀ ਬਿਮਾਰੀ ਹੈ ਜਾਂ ਕਿਸੇ ਵੀ ਤਰੀਕੇ ਦੇ ਕੋਈ ਇਹ ਚੀਜ਼ ਦੇ ਨਾਲ ਜੂਝ ਰਿਹਾ? ਨਹੀਂ, ਅਸੀਂ ਇਸ ਨੂੰ ਜਿਹੜਾ ਵਾ ਜੋ ਸਾਈਕੈਟਰਿਸਟ ਆ ਉਸ ਨਾਲ ਵੀ ਅਸੀਂ ਕੰਸਲਟ ਕੀਤਾ ਗਿਆ, ਉਸ ਵੱਲੋਂ ਵੀ ਕਾਉਂਸਲਿੰਗ ਕਰਾਈ ਗਈ, ਉਸ ਦੀ ਵੀ ਰਿਪੋਰਟ ਅਸੀਂ ਲਈ ਆ ਵੀ ਮੈਂਟਲੀ ਤੌਰ 'ਤੇ ਜਿਸ ਤਰ੍ਹਾਂ ਇਹ ਪ੍ਰੈਜ਼ੈਂਟ ਕਰਦਾ ਉਹਨਾਂ ਡਿਸਟਰਬ ਨਹੀਂ ਸੀਗਾ। ਅਸੀਂ ਸਾਈਕੈਟ੍ਰਿਕ ਓਪੀਨੀਅਨ ਵੀ ਲਈ ਆ ਤੇ ਅਸੀਂ ਸਾਰੀਆਂ ਓਪੀਨੀਅਨਸ ਲੈ ਕੇ ਇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ, ਤੇ ਜੇ ਇਸ ਤੋਂ ਬਾਅਦ ਕੋਈ ਹੋਰ ਵੀ ਕਾਰਨ ਸਾਹਮਣੇ ਆਏਗਾ ਤਾਂ ਉਸ ਦੇ ਮੁਤਾਬਕ ਇੱਥੇ ਕਾਰਵਾਈ ਕੀਤੀ ਜਾਊਗੀ। ਔਰ ਇਸ ਨੂੰ ਪਛਤਾਵਾ ਹੈ ਕਿਉਂਕਿ ਇੱਕ ਵੀਡੀਓ ਕੱਲ ਵੀ ਇਹਦੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਹਿੰਦਾ ਕਿ ਮੈਂ ਤਾਂ ਬਹੁਤ ਪਿਆਰ ਕਰਦਾ ਸੀ ਆਪਣੇ ਬੱਚੇ ਨੂੰ, ਗੱਲ ਨਾਲ ਲਾ ਕੇ ਰੱਖਦਾ ਸੀਗਾ, ਬਸ ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਇਹ ਭੁੱਲ ਹੋ ਗਈ। ਤਾਂ ਹੁਣ ਇਹ ਚੀਜ਼ ਦੇ ਉੱਤੇ ਇਹਦਾ ਕੀ ਕਹਿਣਾ ਹੈ? ਦੇਖੋ, ਜੋ ਕੋਈ ਵੀ ਕ੍ਰਿਮੀਨਲ ਆ ਜਦੋਂ ਕ੍ਰਾਈਮ ਕਰ ਦਿੰਦਾ ਹੈ, ਕ੍ਰਾਈਮ ਦੇ ਕੌਨਸੀਕੁਐਂਸਿਸ ਉਦੋਂ ਨਹੀਂ ਪਤਾ ਹੁੰਦੇ, ਕ੍ਰਾਈਮ ਦੇ ਕੌਨਸੀਕੁਐਂਸਿਸ ਉਸ ਤੋਂ ਬਾਅਦ ਪਤਾ ਲੱਗਦੇ ਨੇ ਉਹਨੂੰ ਵੀ ਮੈਂ ਕੀ ਵੱਡਾ ਕਾਰਾ ਕਰਤਾ। ਅਕਸਰ ਹੀ ਇਹ ਕ੍ਰਿਮੀਨਲ ਕ੍ਰਾਈਮ ਕਰਨ ਤੋਂ ਬਾਅਦ ਇਸ ਚੀਜ਼ ਦਾ ਪਛਤਾਵਾ ਤੇ ਮਹਿਸੂਸ ਕਰਦਾ ਹੀ ਹੈ। ਬਾਕੀ ਜੋ ਉਹਨੇ ਕੀਤਾ ਐਸ ਪਰ ਲਾ ਜੋ ਉਸ 'ਤੇ ਜੋ ਕਾਰਵਾਈ ਬਣਦੀ ਹੈ ਉਸ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਵਿਸ਼ਾਲ ਜੀ, ਕੀ ਇਸਨੇ ਆਪਣੇ ਆਪ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਬੱਚੇ ਨੂੰ ਮਾਰਨ ਤੋਂ ਬਾਅਦ ਕੀ ਇਸਨੇ ਵੀ ਸੋਚਿਆ ਕਿ ਮੈਂ ਆਪਣੀ ਜਾਨ ਦੇ ਦੇਵਾਂ, ਮੈਂ ਸੁਸਾਈਡ ਕਰ ਲਵਾਂ? ਦੇਖੋ, ਜੋ ਉਹ ਦੱਸਦਾ ਹੈ ਵੀ ਉਸ ਦੇ ਮੁਤਾਬਕ ਇਹਨੇ ਕੋਸ਼ਿਸ਼ ਕੀਤੀ ਹੈ ਵੀ ਮੈਂ ਮਤਲਬ ਕਿ ਵੀ ਜੇ ਮੈਂ ਬੱਚਾ ਨਹੀਂ ਮੇਰਾ ਰਿਹਾ ਤਾਂ ਮੈਂ ਕੋਸ਼ਿਸ਼ ਕਰਾਂ ਵੀ ਮੈਂ ਵੀ ਜਿਹੜਾ ਵਾ ਇਸ ਚੀਜ਼ ਨੂੰ ਅੰਜਾਮ ਦੇ ਰਹਾਂ, ਪਰ ਉਸ ਚੀਜ਼ ਨੂੰ ਸਟੈਬਲਿਸ਼ ਨਹੀਂ ਕੀਤਾ ਜਾ ਸਕਦਾ, ਇਹ ਉਹਦੇ ਦੱਸਣ ਮੁਤਾਬਕ ਹੀ ਹੈ। ਪਰ ਉਸ ਤਰ੍ਹਾਂ ਅਸੀਂ ਇਸੇ ਕਰਕੇ ਉਸ ਦੀ ਜਿਹੜੀ ਸਾਈਕੈਟ੍ਰਿਕ ਓਪੀਨੀਅਨ ਵੀ ਲਈ ਆ। ਅਸੀਂ ਜਿਹੜਾ ਪ੍ਰੋਫੈਸ਼ਨਲ ਕੰਸਲਟੈਂਟ ਆ ਉਸ ਨੂੰ ਵੀ ਅਸੀਂ ਜਿਹੜਾ ਇਸ ਦੇ ਵਿੱਚ ਇਨਵੈਸਟੀਗੇਸ਼ਨ 'ਚ ਜਿਹੜਾ ਇਨਵੋਲਵ ਕੀਤਾ ਗਿਆ ਹੈ, ਤੇ ਬਾਕੀ ਹਰ ਪੱਖ ਦੇ ਵੱਲੋਂ ਜਿਹੜੀ ਇਸ ਚੀਜ਼ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ, ਘਰਦਿਆਂ ਦਾ ਪੱਖ ਵੀ ਲਿਆ ਜਾ ਰਿਹਾ। ਜੇ ਇਸ ਦੇ ਵਿੱਚ ਹੋਰ ਵੀ ਕੋਈ ਚੀਜ਼ ਸਾਹਮਣੇ ਆਏਗੀ ਤਾਂ ਐਜ਼ ਪਰ ਇਨਵੈਸਟੀਗੇਸ਼ਨ ਉਹਦੇ ਐਜ਼ ਪਰ ਲਾਅ ਜਿਹੜਾ ਵਾ ਉਹਦੇ 'ਤੇ ਘਰਦਿਆਂ ਦਾ ਕੀ ਕਹਿਣਾ? ਕਿਉਂਕਿ ਘਰ ਦੇ ਨਾਲ ਵੀ ਤੁਸੀਂ ਗੱਲਬਾਤ ਕਰ ਰਹੇ ਹੋਵੋਗੇ, ਘਰ ਦੇ ਅਜੇ ਵੀ ਕੁਝ ਜਿਹੜੇ ਮੈਂਬਰ ਨੇ ਉਹ ਯਕੀਨ ਕਰਨ ਦਾ ਨਾਮ ਨਹੀਂ ਲੈ ਰਹੇ। ਉਹ ਕਹਿੰਦੇ ਸਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਅੰਗਰੇਜ਼ ਐਵੇਂ ਦਾ ਕੰਮ ਕਰ ਸਕਦਾ, ਆਪਣਾ ਬੱਚਾ ਮਾਰ ਸਕਦਾ ਹੈ। ਘਰਦਿਆਂ ਦੀ ਕੀ ਰਾਏ ਹੈ, ਪਤਨੀ ਕੀ ਕਹਿ ਰਹੀ ਹੈ, ਔਰ ਉਸਦੇ ਜਿਹੜੇ ਕਲੋਜ਼ ਰਿਲੇਟਿਵਸ ਨੇ ਉਹਨਾਂ ਦਾ ਕੀ ਕਹਿਣਾ? ਦੇਖੋ, ਕੋਈ ਵੀ ਕ੍ਰਿਮੀਨਲ ਜਿਸ ਦੀ ਕੋਈ ਬੈਕਗਰਾਊਂਡ ਹਿਸਟਰੀ ਨਹੀਂ ਹੈ, ਉਹ ਇੱਕ ਪਰਿਵਾਰ ਲਈ ਕਿਸੇ ਵੀ ਪਰਿਵਾਰ ਲਈ ਇੱਕ ਅਚੰਭਾ ਹੁੰਦੀ ਹੈ ਵੀ ਇਹ ਜਿਹੜੀ ਬੈਕਗਰਾਊਂਡ ਹਿਸਟਰੀ ਤੋਂ ਬਗੈਰ ਉਸਨੇ ਕ੍ਰਾਈਮ ਕਰ ਦਿੱਤਾ। ਤਾਂ ਹਰ ਕਿਸੇ ਨੂੰ ਇਸ ਚੀਜ਼ ਨੂੰ ਐਸਟੈਬਲਿਸ਼ ਕਰਨ ਲੱਗਿਆ ਜਾਂ ਇਸ ਚੀਜ਼ ਨੂੰ ਸਮਝਣ ਲੱਗਿਆ ਥੋੜਾ ਔਖਾ ਲੱਗਦਾ ਹੈ। ਬਾਕੀ ਜੋ ਉਹਨੇ ਕ੍ਰਾਈਮ ਕੀਤਾ ਹੀ ਵਿਲ ਬੀ ਡੈਲਟ ਅਕੋਰਡਿੰਗ ਟੂ ਲਾਅ ਫॉर दैट। ਫਾਈਨੈਂਸ਼ਲੀ ਵੀ ਕਿੰਨੇ ਕੁ ਪੈਸੇ ਕਮਾਉਂਦਾ ਸੀ, ਘਰ ਦਾ ਗੁਜ਼ਾਰਾ ਕੀ ਔਖਾ ਚੱਲਦਾ ਸੀ? ਇਹ ਬੇਸਿਕਲੀ ਇੱਕ ਦੁਕਾਨ ਦੇ ਉੱਤੇ ਆਪਣਾ ਜਿਹੜਾ ਵਾ ਸੀਮੈਂਟ ਦੀ ਦੁਕਾਨ ਦੇ ਉੱਤੇ ਆਪਣੀ ਜੀਵਿਕਾ ਜਿਹੜੀ ਹੈ ਬਸਰ ਕਰ ਰਿਹਾ ਸੀਗਾ, ਤੇ ਆਪਣੇ ਇਹਦੇ ਬੱਚੇ ਸੀਗੇ। ਬੱਚੀ ਇਹਦੀ ਜਿਹੜੀ ਆ ਉਹ 13-14 ਸਾਲ ਦੀ ਆ, ਇਹ ਛੋਟਾ ਬੱਚਾ ਜਿਹੜਾ 3 ਸਾਲ ਦਾ ਆ,
ਤੋ ਮਤਲਬ ਕਿ ਫਾਈਨੈਂਸ਼ੀਅਲੀ ਐ ਨਹੀਂ ਵੀ ਬੇਟੇ ਦੀ ਕਿਉਂ ਟੈਨਸ਼ਨ ਇਹਨੂੰ ਇਦਾਂ ਹੋਈ ਬੱਚੀ ਦੇ ਕਿਉਂ ਨਹੀਂ ਉੱਪਰ ਜਾਂ ਇਕੱਲੇ ਬੇਟੇ ਦੇ ਉੱਤੇ ਹੀ ਇਸ ਨੂੰ ਇਹ ਸਾਰਾ ਐਂਗਰ ਜਾਂ ਇਹਨੇ ਇਹ ਕਦਮ ਬੱਚੇ ਦੇ ਉੱਤੇ ਕੁਝ ਚੁੱਕਿਆ? ਦੇਖੋ ਇਵੈਂਚੁਅਲੀ ਉਹਦੀ ਸਟੇਟ ਆਫ ਮਾਈਂਡ ਸੀਗੀ, ਜੋ ਸਟੇਟ ਆਫ ਮਾਈਂਡ ਦੇ ਵਿੱਚ ਜੋ ਕ੍ਰਿਮੀਨਲ ਦੇ ਮਨ ਦੇ ਵਿੱਚ ਜਦੋਂ ਉਹਦਾ ਮਾਈਂਡ ਜਿਹੜਾ ਵਾ ਕ੍ਰਿਮੀਨੈਲਿਟੀ ਵੱਲ ਨੂੰ ਆ ਗਿਆ, ਫਿਰ ਜੋ ਉਹਨੂੰ ਚੀਜ਼ ਸਾਹਮਣੇ ਦੇਖੀ ਜਾਂ ਜੋ ਉਹਨੂੰ ਉਸ ਵੇਲੇ ਉਸਨੂੰ ਲੱਗਾ ਉਸਨੇ ਉਸ ਚੀਜ਼ ਨੂੰ ਅੰਜਾਮ ਦੇ ਟਰਮ ਸੀ ਕਹਿੰਦਾ ਕਿ ਮੈਂ ਨਹੀਂ ਚਾਹੁੰਦਾ ਸੀਗਾ ਕਿ ਮੇਰਾ ਬੇਟਾ ਵੀ ਦਿਹਾੜੀ ਕਰੇ, ਕਿ ਇਹ ਵਾਕਈ ਹੀ ਇਹ ਚੀਜ਼ ਸੀ? ਇਸ ਚੀਜ਼ ਨੂੰ ਪ੍ਰੈਜ਼ੈਂਟ ਕਰਦਾ ਨਾ, ਤੁਹਾਨੂੰ ਦੱਸਿਆ ਵੀ ਉਹ ਆਰਥਿਕ ਤੌਰ ਦੇ ਉੱਤੇ ਆਪਣੀ ਆਰਥਿਕ ਪੱਖੋਂ ਜਾਂ ਘਰੇਲੂ ਪੱਖੋਂ ਜਾਂ ਆਪਣੀ ਜਿਹੜੀ ਸਰੀਰਕ ਪੱਖੋਂ ਇਸ ਚੀਜ਼ ਤੋਂ ਉਹ ਆਪਣੇ ਆਪ ਨੂੰ ਘੁੱਟਣ ਮਹਿਸੂਸ ਕਰਦਾ ਹੈ ਜਿਸ ਦੇ ਤਹਿਤ ਇਸਨੇ ਇਸ ਨੂੰ ਅੰਜਾਮ ਦਿੱਤਾ। ਹਾਲਾਂਕਿ ਇਹ ਇਸ ਕੇਸਿਸ ਦੇ ਵਿੱਚ ਇਨਵੈਸਟੀਗੇਸ਼ਨ ਵੀ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਕਲੋਜ਼ ਲਿੰਕ ਜੁੜੇ ਹੁੰਦੇ ਨੇ, ਤਾਂ ਕੀ ਅਜੇ ਵੀ ਇਨਵੈਸਟੀਗੇਸ਼ਨ ਇਜ਼ ਸਟਿਲ ਗੋਇੰਗ ਔਨ ਜਾਂ ਤੁਹਾਨੂੰ ਲੱਗਦਾ ਹੈ ਕਿ ਅਜੇ ਫਰਸਟ ਹੈਂਡ ਇਨਫੋਰਮੇਸ਼ਨ ਇਹੀ ਹੈ ਔਰ ਅੱਗੇ ਸਾਈਕੈਟਰਿਸਟ ਦੀ ਲੋੜ ਦੇ ਨਾਲ ਹੋਰ ਅੱਗੇ ਹੁੰਦੀ ਰਹੂ? ਨਹੀਂ, ਦਿਸ ਇਜ਼ ਐਨ ਆਨਗੋਇੰਗ ਪ੍ਰੋਸੈਸ ਇਨਵੈਸਟੀਗੇਸ਼ਨ ਜਿਹੜਾ ਇਹਦੇ ਵਿੱਚ ਹੁਣ ਅਸੀਂ ਇਨੀਸ਼ੀਅਲ ਇਨਵੈਸਟੀਗੇਸ਼ਨ ਜੋ ਸਾਹਮਣੇ ਆਇਆ ਉਹ ਤੁਹਾਡੇ ਰੱਖਤਾ। ਹੁਣ ਇਸ ਤੋਂ ਬਾਅਦ ਜਦੋਂ ਵੀ ਇਨਵੈਸਟੀਗੇਸ਼ਨ ਪੂਰੀ ਹੋਊਗੀ, ਫਾਈਨਲ ਚਾਰਜ ਸ਼ੀਟ ਦਿੱਤੀ ਜਾਊਗੀ, ਉਸ ਤੋਂ ਪਹਿਲਾਂ ਜੋ ਵੀ ਤੱਥ ਸਾਹਮਣੇ ਆਉਣਗੇ, ਇਧਰ ਪੋਸਟਮਾਰਟਮ ਰਿਪੋਰਟ ਆ, ਬੱਚੇ ਦੀ ਫੋਰੈਂਸਿਕ ਰਿਪੋਰਟ ਆ, ਕੋਈ ਹੋਰ ਘਰੇਲੂ ਤੱਥ ਜਾਂ ਹੋਰ ਇਨਵੈਸਟੀਗੇਸ਼ਨ ਦੌਰਾਨ ਕੋਈ ਹੋਰ ਤੱਥ ਸਾਹਮਣੇ ਆਉਂਦੇ ਨੇ ਤੇ ਉਹਦੇ ਮੁਤਾਬਕ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ। ਆਖਰੀ ਸਵਾਲ, ਕੀ ਹੀ ਵਾਸ ਅੰਡਰ ਐਨੀ ਡਰਗ ਇਨਫਲੂਐਂਸ? ਕੋਈ ਇਹਨੇ ਨਸ਼ਾ ਕੀਤਾ ਹੋਇਆ ਸੀਗਾ, ਕਿਸੇ ਨਸ਼ੇ ਦੀ ਹੋੜ ਦੇ ਵਿੱਚ ਇਹਨੇ ਕਦਮ ਚੁੱਕਿਆ ਜਾਂ ਇਹ ਨਾਰਮਲ ਸੀਗਾ? ਨਹੀਂ, ਐਜ਼ ਸੱਚ ਇਹੋ ਜਿਹੀ ਚੀਜ਼ ਕੋਈ ਸਾਹਮਣੇ ਨਹੀਂ ਆਈ ਵੀ ਇਹਨੇ ਕੋਈ ਇਮੀਡੀਏਟ ਕੋਈ ਨਸ਼ਾ ਕੀਤਾ ਹੋਵੇ ਜਾਂ ਉਸ ਦੇ ਤਹਿਤ ਡਰੱਗਸ ਜਾਂ ਕੋਈ ਸ਼ਰਾਬ ਵੀ ਪੀਤੀ? ਵੀ ਕੁਛ ਦਿਨਾਂ ਤੋਂ ਇਹ ਆਪਣੀ ਸਿਹਤ ਪੱਖੋਂ ਜਿਹੜਾ ਵਾ ਉਹ ਨਾਸਾਰ ਸੀਗਾ ਵੀ ਉਸਨੇ ਉੱਥੇ ਲੋਕਲ ਡਾਕਟਰ ਆ ਉਹਨੂੰ ਕੰਸਲਟ ਵੀ ਕਰ ਰਿਹਾ ਸੀਗਾ, ਉਸ ਵੱਲੋਂ ਉਹਦੇ ਵੱਲੋਂ ਦਵਾਈ ਵੀ ਲਈ ਜਾ ਰਹੀ। ਕੁਛ ਆਪਣੇ ਜਿਸ ਤਰ੍ਹਾਂ ਥੋੜਾ ਬੁਖਾਰ ਜਾਂ ਲਿਵਰ ਕਹਿੰਦਾ ਮੇਰੇ ਗਰਮੀ ਪੈ ਗਈ ਜਾਂ ਉਹ ਜਿਹੜੀਆਂ ਇਹ ਸੀਜ਼ਨਲ ਬਿਮਾਰੀ ਹੁੰਦੀ ਆ ਉਸ ਦੀ ਦਵਾਈ ਲੈ ਰਿਹਾ ਸੀਗਾ। ਠੀਕ ਹੈ ਵਿਸ਼ਾਲ ਜੀ, ਬਹੁਤ ਬਹੁਤ ਧੰਨਵਾਦ। ਤਾਂ ਵਿਸ਼ਾਲਜੀਤ ਸਿੰਘ ਤਰਨਤਾਰਨ ਦੇ ਐਸਪੀਡੀ ਨੇ ਔਰ ਇਸ ਪੂਰੇ ਕੇਸ ਦੇ ਵਿੱਚ ਇਹਨਾਂ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਹੈ ਕਿ ਕੁਝ ਤੱਥ ਸੀ ਉਹ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂ ਇੱਕ ਪਿਤਾ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ, ਕਿਉਂ ਇੱਕ 3 ਸਾਲ ਦੇ ਮਾਸੂਮ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਂ ਜੋ ਪਹਿਲੀਆਂ ਇਨਵੈਸਟੀਗੇਸ਼ਨਸ ਨਿਕਲ ਕੇ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਇਹੀ ਹੈ ਕਿ ਪਿਤਾ ਇੱਕ ਤਾਂ ਟੈਂਸ਼ਨ ਦੇ ਵਿੱਚ ਸੀ, ਡਿਪਰੈਸ਼ਨ ਦੇ ਵਿੱਚ ਸੀ ਕਿ ਆਰਥਿਕ ਤੰਗੀ ਘਰ ਦੇ ਵਿੱਚ ਹੈ ਔਰ ਉਹ ਨਹੀਂ ਚਾਹੁੰਦਾ ਸੀ ਕਿ ਉਹੀ ਚੀਜ਼ ਉਸ ਦੇ ਬੱਚੇ ਨੂੰ ਅੱਗੇ ਪਾਸ ਔਨ ਹੋਵੇ, ਅੱਗੇ ਉਸ ਬੱਚੇ ਤੱਕ ਜਾਵੇ, ਜਿਸ ਤੋਂ ਬਾਅਦ ਉਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ। ਕੈਮਰਾ ਪਰਸਨ ਦਵਿੰਦਰ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।